ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੀ ਸਾਧ ਸੰਗਤ ਜੀਓ, ਸਾਰੇ ਬੜੇ ਆਦਰ ਪਿਆਰ ਸਤਿਕਾਰ ਸਹਿਤ ਗੱਜ ਕੇ ਇੱਕ ਵਾਰੀ ਗੁਰੂ ਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਸਹਿਤ ਮਹਾਂਪੁਰਸ਼ਾਂ ਦੀ 15ਵੀਂ ਬਰਸੀ ਦੇ ਸੰਬੰਧ ਵਿੱਚ ਸਜ ਰਹੇ ਇਹਨਾਂ ਦੀਵਾਨਾਂ ਵਿੱਚ ਹਾਜ਼ਰੀ ਭਰ ਰਹੇ ਸਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੁਹਾਣੇ ਵਾਲੇ, ਜਿਨ੍ਹਾਂ ਨੇ ਬਹੁਤ ਪਿਆਰ ਨਾਲ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਔਰ ਗੁਰਮਤਿ ਵਿਚਾਰਾਂ ਗੁਰੂ ਕੇ ਸਵਾਰੂ ਬੜੇ ਭਾਵਪੂਰਤ ਢੰਗ ਨਾਲ ਆਪ ਜੀ ਨੂੰ ਸ਼ਰਵਣ ਕਰਵਾਈਆਂ। ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲੇ ਔਰ ਸਾਡੇ ਮਹਾਂਪੁਰਸ਼ਾਂ ਦਾ ਬਹੁਤ ਗੂੜਾ ਤੇ ਨੇੜਲਾ ਪਿਆਰ ਰਿਹਾ ਹੈ, ਕਿਉਂਕਿ ਬੰਦਗੀ ਵਾਲਿਆਂ ਨੂੰ ਪਹਿਚਾਣਦੇ ਨੇ। ਆਪਾਂ ਬਚਨ ਸਤਿਗੁਰਾਂ ਦਾ ਪੜ੍ਹਦੇ ਆ ਨਾ ਵੀ ਉਡਤੇ ਕਹੋ ਉਡਤਾ ਮਿਲੇ। ਜਿਹੜੇ ਜ਼ਮੀਨ 'ਤੇ ਚੱਲਦੇ ਨੇ ਉਹਨਾਂ ਨੂੰ ਅਸਮਾਨ ਤੋਂ ਲੰਘੇ ਹਵਾਈ ਜਹਾਜ਼ਾਂ ਨਾਲ ਕੋਈ ਸਰੋਕਾਰ ਨਹੀਂ ਹੈ। ਜਿਹੜੇ ਅਸਮਾਨ ਵਿੱਚ ਚੱਲਦੇ ਨੇ ਉਹ ਅਸਮਾਨ ਵਿੱਚ ਚੱਲਣ ਵਾਲੇ ਹੀ ਅਸਮਾਨ ਵਿੱਚ ਚੱਲਣ ਵਾਲਿਆਂ ਨੂੰ ਮਿਲਦੇ ਨੇ। ਧਰਤੀ 'ਤੇ ਚੱਲਣ ਵਾਲੇ ਧਰਤੀ ਵਾਲਿਆਂ ਨੂੰ ਮਿਲਦੇ ਨੇ। ਇਸੇ ਤਰ੍ਹਾਂ ਜਿਹੜੇ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਉਹ ਸਿਮਰਨ ਕਰਨ ਵਾਲੇ ਬੰਦਗੀ ਕਰਨ ਵਾਲਿਆਂ ਨੂੰ ਮਿਲ ਪੈਂਦੇ ਨੇ, ਪਹਿਚਾਣਦੇ ਨੇ। ਬਾਬਾ ਜੀ ਦਾ ਔਰ ਭਾਈ ਸਾਹਿਬ ਜੀ ਦਾ ਬਹੁਤ ਪਿਆਰ ਰਿਹਾ, ਕਿਉਂਕਿ ਉਹ ਇੱਕ ਐਸੇ ਗੁਰਮੁਖ ਪਿਆਰੇ ਸਨ ਜਿਨ੍ਹਾਂ ਨੇ ਇਹਨਾਂ ਗੁਰਮਤਿ ਦਾ ਪ੍ਰਚਾਰ ਕੀਤਾ। ਬੰਦਗੀ ਵਾਲਿਆਂ ਦਾ ਉਸ ਪ੍ਰਚਾਰ ਵਿੱਚ ਜ਼ਿਕਰ ਵੀ ਕੀਤਾ, ਕਿਉਂਕਿ ਉਹ ਆਪ ਬੰਦਗੀ ਕਰਦੇ ਸਨ, ਆਪ ਸਿਮਰਨ ਕਰਦੇ ਸਨ। ਅੰਮ੍ਰਿਤ ਵੇਲੇ ਉੱਠਣਾ, ਸਹਿਜ ਪਾਠ ਕਰਨ ਦੀ ਗੱਲ, ਦਸਵੰਧ ਕੱਢਣ ਦੀ ਗੱਲ, ਇਹ ਸਾਰੀ ਭਾਈ ਸਾਹਿਬ ਜੀ ਨੇ ਬਹੁਤ ਵੱਡੇ ਪੱਧਰ 'ਤੇ ਪ੍ਰਚਾਰੀ। ਮਹਾਂਪੁਰਸ਼ਾਂ ਨਾਲ ਬਹੁਤ ਪਿਆਰ ਰਿਹਾ, ਕਿਉਂਕਿ ਭਾਈ ਸਾਹਿਬ ਜੀ ਦਾ ਅਤੀ ਸਤਿਕਾਰਯੋਗ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ ਮਹਾਂਪੁਰਸ਼, ਉਹਨਾਂ ਨਾਲ ਬਹੁਤ ਨੇੜਤਾ ਸੀ। ਅਤੇ ਸਾਡੇ ਮਹਾਂਪੁਰਸ਼ਾਂ ਦੇ ਬਾਬਾ ਸੰਤੋਖ ਸਿੰਘ ਜੀ ਹੋਰਾਂ ਨਾਲ ਬਹੁਤ ਪਿਆਰ ਰਿਹਾ। ਇਹ ਕਿਰਪਾ ਉਹਨਾਂ 'ਤੇ ਮਾਲਕ ਨੇ ਕੀਤੀ। ਅੱਗੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਬੜੇ ਪਿਆਰ ਨਾਲ ਗੁਰਮਤਿ ਵਿਚਾਰਾਂ ਰਾਹੀਂ ਗੁਰਬਾਣੀ ਕੀਰਤਨ ਰਾਹੀਂ ਸੇਵਾ ਨਿਭਾ ਰਹੇ ਨੇ। ਮਾਲਕ ਕਿਰਪਾ ਕਰਨ, ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਔਰ ਇਹ ਚੜ੍ਹਦੀ ਕਲਾ ਨਾਲ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹਿਣ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਆਪਣਾ ਕੀਮਤੀ ਸਮਾਂ ਕੱਢ ਕੇ ਉਹਨਾਂ ਨੇ ਦਰਸ਼ਨ ਬਖਸ਼ਿਸ਼ ਕੀਤੇ। ਸਾਧ ਸੰਗਤ, ਅੱਜ ਦੇ ਦਿਨ ਵਿੱਚ ਅਸੀਂ ਕੋਈ ਕਥਾਵਾਚਕ ਤਾਂ ਨਹੀਂ ਸੀ ਰੱਖਿਆ, ਕਿਉਂਕਿ ਭਾਈ ਸਾਹਿਬ ਆਪ ਹੀ ਵਿੱਚ ਗੁਰਮਤਿ ਵਿਚਾਰਾਂ ਕਰ ਲੈਂਦੇ ਨੇ। ਸੰਖੇਪ ਵਿੱਚ 10 ਬੇਨਤੀਆਂ ਕਰਕੇ ਸਮਾਪਤੀ ਹੋ ਜਾਏਗੀ। ਇੱਕ ਮਹਾਂਪੁਰਸ਼ ਦੀ ਯਾਦ ਵਿੱਚ ਜੁੜ ਬੈਠੇ। ਭਗਤ ਕਬੀਰ ਸਾਹਿਬ ਕਹਿੰਦੇ, ਮੈਂ ਵਾਹਿਗੁਰੂ ਦੇ ਮਾਲਕ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨ ਵਾਸਤੇ ਕਿਸੇ ਦਾਨੇ ਤੋਂ ਪੁੱਛਿਆ ਵੀ ਕਿਹੋ ਜਿਹਾ ਨੂੰ ਮਾਲਕ ਮਿਲਦਾ ਹੈ। ਆ ਮੇਰੀ ਬੇਨਤੀ ਧਿਆਨ ਨਾਲ ਸ਼ਰਵਣ ਕਰਨੀ। ਕਿਹੋ ਜਿਹਾ ਨੂੰ ਮਾਲਕ ਮਿਲਦਾ ਹੈ?
ਕਹਿੰਦੇ ਉਸ ਦਾਨੇ ਨੇ ਮੈਨੂੰ ਬਹੁਤ ਪਿਆਰੇ ਬੋਲ ਕਹੇ ਵੀ ਜਿੰਨਾ ਕੋਈ ਬਰੀਕ ਹੋਵੇ, ਜਿੰਨਾ ਕੋਈ ਸੂਖਮ ਹੋਵੇ, ਉਹਨੂੰ ਮੇਰਾ ਮਾਲਕ ਮਿਲਦਾ। ਮੈਂ ਆਖਿਆ ਵੀ ਸੂਖਮ ਕਿਵੇਂ? ਉਹਨਾਂ ਨੇ ਫਿਰ ਬੋਲ ਕਹਿ ਕਹਿੰਦੇ ਵੀ ਰੇਤ ਵਿੱਚ ਖੰਡ ਖਿਲਰੀ ਹੋਈ ਹੈ, ਰੱਬ ਇਸ ਤਰ੍ਹਾਂ ਸਮਝੋ। ਕੀ ਖਿਲਰੀ ਹੈ? ਰੇਤ ਵਿੱਚ ਖੰਡ। ਤੇ ਜੇ ਉਸ ਰੇਤ ਵਿੱਚ ਖਿਲਰੀ ਹੋਈ ਖੰਡ ਨੂੰ ਹਾਥੀ ਨੂੰ ਕਹਿ ਦਈਏ ਵੀ ਤੂੰ ਚੁਗ, ਤੇ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਰੇਤ ਵਿੱਚ ਖਿਲਰੀ ਹੋਈ ਬਿਖਰੀ ਹੋਈ ਖੰਡ ਨੂੰ ਚੁਗ ਲਏਗਾ? ਜਵਾਬ ਮਿਲੇਗਾ ਨਹੀਂ। ਭਗਤ ਜੀ ਕਹਿ ਲਗੇ ਪਰਮੇਸ਼ਵਰ ਇਸ ਤਰ੍ਹਾਂ ਦੀ ਇੱਕ ਬੁਝਾਰਤ ਹੈ, ਇਸ ਤਰ੍ਹਾਂ ਦਾ ਇੱਕ ਰਸਤਾ ਹੈ, ਜੇ ਤੇ ਹਾਥੀ ਬਣ ਕੇ ਖੰਡ ਨਹੀਂ ਚੁਗੀ ਜਾ ਸਕਦੀ, ਖੰਡ ਚੁਗਣ ਲਈ ਕੀ ਕਰਨਾ ਚਾਹੀਦਾ? ਉਹ ਕਹਿੰਦੇ ਨੇ ਫਿਰ ਕੀੜੀ ਹੋ ਕੇ ਖੰਡ ਚੁਣੀ ਜਾ ਸਕਦੀ। ਦੋ ਚੀਜ਼ਾਂ ਦਾ ਜ਼ਿਕਰ ਕੀਤਾ ਹੈ, ਇਹਦੀ ਪ੍ਰਿਸ਼ਠ ਭੂਮੀ ਵਿੱਚ ਇਹਦੀ ਵਿਆਖਿਆ ਹੈ। ਕਹਿੰਦੇ ਕੀੜੀ ਖੰਡ ਨੂੰ ਚੁਗ ਲੈਂਦੀ, ਹਾਥੀ ਨਹੀਂ ਚੁਗ ਸਕਦਾ। ਹਾਥੀ ਤੋਂ ਭਾਵ ਇੱਥੇ ਹੈ ਹੰਕਾਰ, ਵੱਡਾਪਨ, ਹਉਮੈਪਨ, ਮੈਂ ਕੁਝ ਹਾਂ। ਵੈਸੇ ਤੇ ਬੰਦੇ ਨੇ ਕਰਨਾ ਤੂੰ ਸੀ, ਪਰ ਦੁਨੀਆ ਵਿੱਚ ਆ ਕੇ ਅੰਤਲੇ ਸਵਾਸਾਂ ਤੱਕ ਮੈਂ ਕਰਦਾ ਰਿਹਾ। ਉੱਥੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਹਾਥੀ ਹੈ ਹੰਕਾਰ, ਹੰਕਾਰ ਨਾਲ ਕਦੀ ਰੱਬ ਦੀ ਪ੍ਰਾਪਤੀ ਨਹੀਂ, ਵੱਡੇਪਨ ਨਾਲ ਰੱਬ ਤੱਕ ਪਹੁੰਚ ਨਹੀਂ। ਫਿਰ ਕੀ ਕਰਨਾ ਚਾਹੀਦਾ? ਕਹਿਣ ਲੱਗੇ ਕੀੜੀ ਹੈ ਪ੍ਰਤੀਕ ਨਿਮਰਤਾ ਦਾ, ਤੇ ਤੂੰ ਕੀੜੀ ਬਣ ਜਾ, ਨਿਮਰਤਾ ਦੇ ਰੂਪ ਵਿੱਚ ਆ, ਤੈਨੂੰ ਰੱਬ ਦਾ ਰਸਤਾ ਮਿਲ ਜਾਏਗਾ, ਤੈਨੂੰ ਮਾਲਕ ਦੀ ਪ੍ਰਾਪਤੀ ਹੋ ਜਾਏਗੀ। ਫਿਰ ਉਹਨਾਂ ਨੇ ਕਿੰਨਾ ਕੁ ਬਰੀਕ ਹੋਣਾ ਪੈਂਦਾ। ਆ ਵੈਸੇ ਕਹਿ ਦਿੰਦੇ ਆ ਵੀ ਸਾਧੂ ਜਿਹੜੇ ਨੇ ਇਹ ਤੇ ਮੌਜ ਵਾਲਾ ਹੀ ਕੰਮ ਹੈ, ਇਹ ਮੌਜ ਵਾਲਾ ਨਹੀਂ ਹੈ, ਇਹ ਚੇਤੇ ਰੱਖਿਓ। ਜੇ ਸਾਧੂ ਬਣਨਾ ਹੈ ਤੇ ਸਾਧੂ ਕਿਵੇਂ ਬਣਿਆ ਜਾਂਦਾ? ਆਪਣਾ ਆਪਾ ਮਾਰ ਕੇ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਕਵਿਤ ਕਿਹਾ ਹੈ, ਮੈਂ ਕਹਿ ਕੇ ਅੱਗੇ ਬੇਨਤੀ ਕਰਾਂਗਾ। ਭਾਈ ਸਾਹਿਬ ਕਹਿੰਦੇ ਨੇ, ਜੈਸੇ ਤਿਲ ਪੇ ਪੀੜਤ ਤੇਲ ਕਾਢੀਏ ਤ ਕਸ਼ਟ ਕੈ, ਤਾਂਤੇ ਹੋਏ ਦੀਪਕ ਜਰਾਏ ਉਜਿਆਰੋ ਜੀ। जैसे रोम रोम कर काटिए अजा को तन, ताकि तात बाजै राग रागणी सो प्यारो जे। जैसे तो उटाए दर्पण कीजै लोस्ट सेते, कर गए जगत मुख देखत संसारो जी। तैसे दूख भूख शुद्ध साधना के साध भय, ताही केते जगत को करत निस्तारो जी। उन्होंने 3 व्याख्या दित्तियां ने सिख कवित विच। ਉਹ ਕਹਿਣ ਲੱਗੇ ਵੀ ਜਿਵੇਂ ਤਿਲ ਨੂੰ, ਤਿਲਾਂ ਵਿੱਚੋਂ ਤੇਲ ਕੱਢਣ ਲਈ ਕੁਲਾੜੀ 'ਚ ਪਾਇਆ ਜਾਂਦਾ, ਸਾਧੂ ਕਿਵੇਂ ਬਣਿਆ ਜਾਂਦਾ? ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ, ਸਾਡੇ ਮਹਾਂਪੁਰਸ਼ਾਂ ਦੇ ਇੱਕ ਪਿਆਰ ਵਾਲੇ ਗੁਰੂ ਭਾਈ ਨੇ, ਬਾਬਾ ਸੰਤੋਖ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ। ਉਹਨਾਂ ਨੇ ਵਚਨ ਸੁਣਾਇਆ। ਉਹ ਕਹਿੰਦੇ ਜਦੋਂ ਅਸੀਂ ਬੰਦਗੀ ਕਰਿਆ ਕਰਦੇ ਸਾਂ ਤੇ ਇੱਕ ਵਾਰੀ ਅੱਖ ਮੀਟਣੀ। ਖੇਤ ਕਹਿੰਦੇ ਸਾਡੇ ਦੋਹਾਂ ਦੇ ਨੇੜੇ ਨੇੜੇ ਸਨ, ਪਿੰਡ ਵੱਖਰਾ ਪਰ ਖੇਤ ਦੋਹਾਂ ਦੀ ਵੱਟ ਲੱਗਦੀ। ਕਹਿੰਦੇ ਹਲ ਵਾਹਣਾ ਤੇ ਜਦੋਂ ਅਸੀਂ ਬੈਠ ਜਾਣਾ, ਜਦੋਂ ਅਸੀਂ ਬੰਦ ਅੱਖ ਕਰਨੀ ਤੇ ਉਹਨਾਂ ਮੈਨੂੰ ਕਹਿਣਾ ਵੀ ਹੁਣ ਪਿਛਲਾ ਧਿਆਨ ਨਹੀਂ ਕਰਨਾ। ਕਹਿੰਦੇ ਕਈ ਵੇਲੇ ਤੇ ਅਈਓ ਜੇ ਆਏ ਵੀ 24 ਘੰਟਿਆਂ ਵਿੱਚੋਂ 18 ਘੰਟੇ ਬਾਅਦ ਅੱਖ ਖੋਲ੍ਹੇ। ਹਿਸਾਬ ਲਾਓ ਵੀ ਸਾਧਨਾ ਕੈਸੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਦੇਖੋ, ਤੇਲ ਕੱਢਿਆ ਕੁਲਾੜੀ 'ਚ ਪਾਏ, ਤਿਲਾਂ ਨਾਲ ਜੋ ਕੁਲਾੜੀ ਵਿੱਚ ਵਾਪਰਿਆ ਉਹ ਤੇ ਤੇਲੀ ਜਾਣਨ। ਫਿਰ ਵਿਚਾਰੇ ਚੂੰਡ ਚਾਂਡ ਕੇ ਉਹ ਤੇਲ ਦਾ ਰੂਪ ਬਣੇ। ਹੁਣ ਤੇਲ ਜਦੋਂ ਬਣ ਗਿਆ ਤੇ ਹਾਲੀ ਵੀ ਵਿਚਾਰਿਆਂ ਨੂੰ ਕਿਹੜਾ ਕੋਈ ਉੱਥੇ ਉਹਨਾਂ ਨਾਲ ਰਹਿਤ ਵਰਤੀ ਗਈ।
ਉਹ ਕਹਿੰਦੇ ਫਿਰ ਤੇਲ ਪਾਇਆ ਦੀਵੇ ਵਿੱਚ, ਦੀਵੇ 'ਚ ਪਾਈ ਬੱਤੀ, ਉਹਨੂੰ ਲਾਈ ਅੱਗ ਤੇ ਵਿਚਾਰਾ ਮੱਚਣ ਲੱਗਾ ਥੋੜਾ ਥੋੜਾ ਕਰਕੇ। ਜਦੋਂ ਤੇਲ ਮੱਚਣ ਲੱਗਾ ਦੀਵਾ ਜਗਿਆ ਤੇ ਦੂਜੇ ਨੂੰ ਚਾਨਣ ਮਿਲਿਆ। ਪਰ ਉਹਨੂੰ ਦੂਜੇ ਨੂੰ ਤੇ ਰਾਹ ਵਿਖਾਇਆ, ਪਰ ਉਹਨੂੰ ਰਾਹ ਵਿਖਾਉਣ ਲਈ ਪਿੱਛੇ ਕੀ ਕੁਝ ਕਰਨਾ ਪਿਆ। ਉਹਨੂੰ ਕੁਹਾੜੀ ਦੀ ਕਥਾ ਉਹਦੇ ਤੋਂ ਸੁਣੋ ਵੀ ਤੇਰੇ ਤੇ ਕੀ ਵਾਪਰਿਆ। ਇਸ ਅੱਗ ਨੇ ਜਿਹਦੇ ਨਾਲ ਚਾਨਣ ਹੋ ਰਿਹਾ ਇਹ ਤੇਰੇ ਨਾਲ ਕੀ ਕਰ ਰਹੀ ਹੈ। ਦੂਸਰੀ ਉਦਾਹਰਨ ਦਿੱਤੇ, ਕਹਿ ਲੱਗੇ ਬੱਕਰੀ ਨੂੰ ਵੱਢ ਕੇ, ਇਹਦਾ ਮਤਲਬ ਇਹ ਨਹੀਂ ਵੀ ਵੱਢਣੀ ਚਾਹੀਦੀ। ਉਹ ਕਹਿੰਦੇ ਬੱਕਰੀ ਨੂੰ ਵੱਢ ਕੇ ਉਹਦੀਆਂ ਨਾੜਾਂ ਖਿੱਚ ਕੇ ਉਹਦੇ ਵਿੱਚ ਇੱਕ ਨਾੜ ਕੱਢ ਕੇ ਉਹਦੀ ਇੱਕ ਤਰਬ ਬਣਾਈ ਗਈ, ਉਹ ਸਾਜ਼ ਤੇ ਫਿੱਟ ਕੀਤੀ ਗਈ। ਫਿਰ ਕਹਿੰਦੇ ਨੇ ਉਹਦਾ ਜਦੋਂ ਸੰਗੀਤ ਉਹਦੇ ਤੇ ਵੱਜਿਆ ਤੇ ਲੋਕਾਂ ਨੇ ਸੁਣਿਆ, ਕਹਿੰਦੇ ਆਨੰਦ ਆ ਗਿਆ, ਬੜਾ ਸੋਹਣਾ ਸੁਰੀਲਾ ਹੈ। ਪਰ ਕਹਿੰਦੇ ਸੁਣਨ ਵਾਲਿਆ ਤੈਨੂੰ ਤੇ ਆਨੰਦ ਆਇਆ, ਪਰ ਕਦੀ ਇਸ ਬੱਕਰੀ ਤੋਂ ਪੁੱਛਿਆ ਵੀ ਉਹਦੇ ਨਾਲ ਕੀ ਵਾਪਰਿਆ। ਜਿਵੇਂ ਆਪਾਂ ਕਈ ਵਾਰੀ ਪੜ੍ਹਦੇ ਹਾਂ ਵੀ ਜੋ ਧੁਨ ਸਾਜ ਸੇ ਨਿਕਲੀ ਹੈ वो सब ने सुनी है, जो साज पे गुजरी है किसको क्या पता। उन्होंने भाई साहब जी ने फिर अगला जिक्र किया, कह लगे इन्नी बरीक। फिर वो साज बनया ते तीजी उदाहरण दी, कह लगे कि खास किस्म की मिट्टी लैके उसनूं गुन्निया गया, उन्होंने गालिया गया ते गाल के ओदा शीशा बनया। शीशा बनया तो फिर लोगों ने अपना मूँह वेख्या, कहते मूँह वेखण वालिया तैनूं पता भी इस शीशे ते की वापरिया, तैनूं इन्हें तेरा मूँह विखाया पर वो लिए बड़ी मुशक्कत करनी पई है। चेते रखियो इस तरह भाई साहब कहते दुख सुख भुख सह के साधना करके साधु बने। फिर उस तो बाद आवाज़ गुरु ने दिती भी अज अपनी खलासी तो हो गई, हुण जेड़ा इन्हां दी संगत करेगा उन्हां दी भी खलासी हो जाएगी। आ बचन असीं पढ़दे आ ना, सारे पढ़ो। जिनी नाम ते आया, जिनी नाम ते आया, जिनी गए मशक्कत काल, गए मशक्कत काल, नानक ते मुख उजले, नानक ते मुख उजले, केती छुट्टी नाल, केती छुट्टी नाल, उस तो बाद फिर जिस किसी ने संगत कहते, क्योंकि आप मुक्त होए तो जिन्हां होरनां ने संगत की उन्होंने जीवन का भी भला होया। एक गल चेते रखना, भगत कबीर साहब जी ने बचन कह, कुछ श्लोक ने मैं कह के समाप्ति करांगा। उन्होंने कहा कबीर रोड़ा खोयरो बाटका, तज मन का अभिमान, ऐसा कोई दास होए ताहे मिले भगवान। फिर कहते कबीर रोड़ा हुआ तो क्या भया पंथी को दुख दे, हर जन ऐसा चाहिए ज्यों धरणी में खेहे। फिर कहते कबीर खे हुई तो क्या भया ज्यों उड लागे अंग, हर जन ऐसा चाहिए ज्यों पानी सरबंग। फिर कहते इत्थे भी गल नहीं बनी, कबीर पानी हुआ तो क्या भया सीरा ताता होए, हर जन ऐसा चाहिए जैसा हर ही होए। कह लगे रब दा जन तो इस तरह चाहिए जिमें रब ख्याल करियो। बड़ी तपस्या की गल, जिन्ना बरीक होवे, कहते रोड़ा बन जा
ਅਗਲੇ ਸ਼ਲੋਕ ਵਿੱਚ ਕਹਿੰਦੇ ਨਹੀਂ, ਰੋੜਾ ਪਿਆ ਜ਼ਮੀਨ ਤੇ ਪਰ ਠੋਕਰ ਮਾਰਦਾ, ਭਗਤੀ ਹੋ ਜਿਹਾ ਨਹੀਂ ਚਾਹੀਦਾ, ਭਗਤੀ ਹੋ ਜਿਹਾ ਨਹੀਂ ਚਾਹੀਦਾ। ਉਹਨੂੰ ਉਹਦੇ ਕੋਲ ਆਏ ਤੇ ਅਸੀਸ ਮਿਲੇ, ਸ਼ਰਾਪ ਨਹੀਂ। ਗੁਰਮਤਿ ਵਿੱਚ ਇਹ ਚੀਜ਼ ਪ੍ਰਵਾਨ ਨਹੀਂ। ਦੂਸਰਾ ਬਚਨ ਕਹਿੰਦੇ, ਕਹਿਣ ਲੱਗੇ ਮਿੱਟੀ ਹੋ ਜਾ। ਅੱਗੇ ਬਚਨ ਕਿਹਾ, ਚਲੋ ਮਿੱਟੀ ਰੋੜੇ ਨਾਲੋਂ ਚੰਗੀ ਠੋਕਰ ਤਾਂ ਨਹੀਂ ਮਾਰਦੀ, ਪਰ ਇਹਦੇ ਵਿੱਚ ਇੱਕ ਦੋਸ਼ ਹੈ। ਉਹ ਦੋਸ਼ ਕੀ ਹੈ? ਵੀ ਜਦੋਂ ਹਵਾ ਆਏ ਉੱਡਦੀ ਹੈ ਅਸਮਾਨ ਤੇ ਦੂਜੇ ਤੇ ਕੱਪੜੇ ਲਬੇੜਦੀ ਹੈ। ਇਸ ਕਰਕੇ ਭਗਤੀ ਹੋ ਜਾ ਵੀ ਨਹੀਂ ਚਾਹੀਦਾ, ਕਿਸੇ ਨੂੰ ਮੈਲ ਲਾਵੇ, ਕਿਸੇ ਦੀ ਮੈਲ ਲਾਵੇ, ਇਹੋ ਜਿਹਾ ਚਾਹੀਦਾ। ਫਿਰ ਕਹਿੰਦੇ ਪਾਣੀ ਬਣ ਜਾ। ਜਦੋਂ ਪਾਣੀ ਦੀ ਗੱਲ ਕੀਤੀ, ਫਿਰ ਕਹਿੰਦੇ ਮਿੱਟੀ ਨਾਲੋਂ ਚੰਗਾ, ਲਬੇੜਦਾ ਤੇ ਨਹੀਂ, ਧੋਂਦਾ ਹੀ ਏ, ਸਾਫ਼ ਹੀ ਕਰਦਾ। ਪਰ ਕਹਿ ਲਗੇ ਇਹਦੇ ਵਿੱਚ ਵੀ ਇੱਕ ਦੋਸ਼ ਹੈ ਸੱਜਣਾ, ਉਹਦੇ ਤੋਂ ਵੀ ਸਾਵਧਾਨ ਨਹੀਂ। ਜੇ ਬੰਦਗੀ ਕਰਨੀ ਹੈ, ਉਹਦੀ ਕਿਰਪਾ ਲੈਣੀ ਹੈ, ਇਹਦੇ ਵਿੱਚ ਦੋਸ਼ ਹੈ। ਪਾਣੀ ਵਿੱਚ ਗਰਮੀ ਵਿੱਚ ਗਰਮ ਹੁੰਦਾ, ਸਰਦੀ ਵਿੱਚ ਠੰਡਾ ਹੁੰਦਾ। ਰੱਬ ਦਾ ਭਗਤ ਐਸਾ ਨਹੀਂ ਵੀ ਕਦੀ ਗਰਮ ਹੋਵੇ ਤੇ ਕਦੀ ਠੰਡਾ ਹੋਵੇ। ਉਹਦੀ ਤੇ ਗੱਲ ਸਤਿਗੁਰਾਂ ਨੇ ਕਹੀ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਕਹਿ ਲਗੇ ਉਹਨੂੰ ਤਾਂ ਸਦਾ ਖੇੜਾ ਹੀ ਖੇੜਾ। ਇਸ ਕਰਕੇ ਪਾਣੀ ਵਾਂਗੂ ਵੀ ਨਹੀਂ। ਫਿਰ ਪੁੱਛਿਆ ਜੀ ਕਿਵੇਂ ਬਣਾ ਮੈਂ? ਉਹ ਕਹਿੰਦੇ ਹਰੀ ਦਾ ਜਨ, ਰੱਬ ਦਾ ਸੇਵਕ ਇਸ ਤਰ੍ਹਾਂ ਦਾ ਹੋਵੇ ਜਿਵੇਂ ਰੱਬ ਹੁੰਦਾ ਹੈ। ਰੱਬ ਹੈ। ਰੱਬ ਕਿਵੇਂ ਹੈ? ਰੱਬ ਦਿਆਲੂ ਹੈ, ਰੱਬ ਕਿਰਪਾਲੂ ਹੈ, ਰੱਬ ਕਿਸੇ ਨਾਲ ਈਰਖਾ ਨਹੀਂ ਕਰਦਾ, ਰੱਬ ਵਿੱਚ ਕੋਈ ਹੰਕਾਰ ਨਹੀਂ, ਰੱਬ ਕਿਸੇ ਨਾਲ ਜੈਲਸ ਨਹੀਂ ਕਰਦਾ। ਗੁਰੂ ਸਾਹਿਬ ਤੇ ਕਿਤੇ ਕਮਾਲ ਹੋ ਗਈ। ਜੇ ਕਿਧਰੇ ਰੱਬ ਦਾ ਕੰਮ ਦੇਣ ਵਾਲਾ, ਭੰਡਾਰੇ ਦੇਣ ਵਾਲਾ ਕੰਮ ਇੱਕ ਦਿਨ ਬੰਦੇ ਨੂੰ ਦੇ ਦਿੱਤਾ ਜਾਏ ਤੇ ਅੱਧਿਓਂ ਜ਼ਿਆਦੀ ਦੁਨੀਆ ਰਾਤ ਨੂੰ ਭੁੱਖੀ ਸੌਵੇਗੀ। ਕਿਉਂਕਿ ਬੰਦੇ ਦੀ ਜਿਹਦੇ ਨਾਲ ਬਣਨੀ ਹੈ ਉਹਦੇ ਘਰ ਭੜੋਲੇ ਭਰੇ ਜਾਣੇ ਨੇ, ਜਿਹਦੇ ਨਾਲ ਨਹੀਂ ਬਣਨੀ ਉਹਨੇ ਕਹਿਣਾ ਇਹਨੂੰ ਅੱਜ ਦੇਣੀ ਕੱਖ ਨਹੀਂ। ਪਰ ਰੱਬ ਐਸਾ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਨੇ, ਦੀਨ ਦਇਆਲ ਦੋਖਨ ਦੇਖਤ ਹੈ ਪਰ ਦੇਤ ਨਾ ਹਾਲ ਹੈ। ਉਹ ਗੁਨਾਹ ਵੇਂਦਾ ਜ਼ਰੂਰ ਹੈ, ਪਰ ਕਿਸੇ ਨੂੰ ਆਪਣੀ ਰਹਿਮਤ ਦੇ ਭੰਡਾਰੇ ਵਿੱਚੋਂ ਦੇਣ ਤੋਂ ਕਦੀ ਇਨਕਾਰ ਨਹੀਂ ਕਰਦਾ। ਇਸ ਕਰਕੇ ਪਿਆਰਿਓ, ਜਿਹੜੇ ਉਹਦੀ ਬੰਦਗੀ ਕਰਦੇ ਨੇ, ਸਿਫਤ ਕਰਦੇ ਨੇ, ਨਾਮ ਵਿੱਚ ਜੁੜਦੇ ਨੇ। ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਸੀ, ਆਪਾਂ ਕਹਿੰਦੇ ਹਾਂ ਮਨ ਦੀ ਸਿੱਖੀ ਹੋਣੀ ਚਾਹੀਦੀ। ਮੈਂ ਬੇਨਤੀ ਕਰਾਂ ਪਿਆਰਿਓ, ਮਨ ਵਿੱਚ ਸਿੱਖੀ ਹੋਵੇ ਤੇ ਤਨ ਤੇ ਜ਼ਰੂਰ ਆਉਂਦੀ ਹੈ। ਜੇ ਮਨ ਵਿੱਚ ਹੈ, ਤਨ ਤੇ ਜ਼ਰੂਰ ਆਉਂਦੇ। ਤੁਸੀਂ ਪੁੱਛੋਗੇ ਇਹਦਾ ਕੀ ਪ੍ਰਮਾਣ ਹੈ? ਵੀ ਗੁੱਸਾ ਤੇ ਬੰਦੇ ਨੂੰ ਜਦੋਂ ਆਉਂਦਾ ਮਨ 'ਚ ਹੀ ਆਉਂਦਾ ਨਾ। ਗੁੱਸਾ ਤੇ ਬੰਦੇ ਦੇ ਅੰਦਰ ਪੈਦਾ ਹੋਇਆ, ਪਰ ਜਦੋਂ ਅੱਖਾਂ ਲਾਲ ਹੋਈਆਂ, ਮੱਥੇ ਦੀਆਂ ਤਿਉੜੀਆਂ ਚੜ੍ਹ ਗਈਆਂ, ਭਵਾਂ ਤਣ ਗਈਆਂ, ਹੱਥ ਦੀ ਮੁੱਠ ਮੀਟ ਲਈ, ਤੇ ਇਹਦਾ ਮਤਲਬ ਵੀ ਉਸ ਗੁੱਸੇ ਨੇ ਬਾਹਰ ਆਪਣਾ ਪ੍ਰਗਟਾਵਾ ਸ਼ੁਰੂ ਕਰ ਦਿੱਤਾ। ਅੰਦਰ ਪੈਦਾ ਹੋਇਆ ਤੇ ਛਾਪ ਬਾਹਰ ਆਈ। ਇਸੇ ਤਰ੍ਹਾਂ ਪਿਆਰੋ, ਜੇ ਕਿਸੇ ਕੋਈ ਬੰਦਗੀ ਕਰਦਾ, ਅੰਦਰ ਸਿਮਰਨ ਵਿੱਚ ਜੁੜੇ, ਤੇ ਸਿਮਰਨ ਦੇ ਗੁਣ ਨੇ ਸਭ ਤੋਂ ਪਹਿਲਾਂ। ਸਿਮਰਨ ਦੇ ਕਿਹੜੇ ਗੁਣ ਨੇ? ਨਿਮਰਤਾ, ਦਇਆ, ਹਲੀਮੀ, ਪਿਆਰ, ਇਹ ਉਹਦੇ ਗੁਣ ਨੇ। ਇਹ ਬੰਦੇ ਵਿੱਚ ਪੈਦਾ ਹੋ ਜਾਣਗੇ। ਇਦੋਂ ਹੀ ਪਤਾ ਲੱਗੇਗਾ ਵੀ ਇਹ ਐਸਾ ਗੁਰਸਿੱਖ ਹੈ, ਚੜ੍ਹਦੀ ਕਲਾ ਵਾਲਾ ਗੁਰਸਿੱਖ ਹੈ, ਇਹਦੇ ਤੇ ਮਾਲਕ ਦੀ ਬਹੁਤ ਵੱਡੀ ਕਿਰਪਾ ਹੈ, ਬੜੀ ਵੱਡੀ ਬਖਸ਼ਿਸ਼ ਹੈ। ਇਸ ਕਰਕੇ ਪਿਆਰਿਓ, ਸਾਧੂ ਲੋਕਾਂ ਨੇ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਤਪੱਸਿਆ ਕੀਤੀ, ਨਾਮ ਜਪਿਆ। ਇੱਕ ਮੈਂ ਹੋਰ ਬੇਨਤੀ ਕਰਦੇ ਹਾਂ, ਬਾਬਾ ਜੀ ਵੀ ਅਕਸਰ ਬਚਨ ਕਰਿਆ ਕਰਦੇ ਸਨ, ਬਾਡੀ ਦਾ ਸਤਿਕਾਰ ਨਹੀਂ ਹੁੰਦਾ, ਸਰੀਰ ਦਾ। ਸਰੀਰ ਨੂੰ ਕੋਈ ਮੱਥੇ ਨਹੀਂ ਟੇਕਦਾ। ਜਿਸ ਸਰੀਰ ਦਾ ਕੋਈ ਆਦਰ ਕਰਦਾ ਹੈ ਤੇ ਸਮਝਣਾ ਵੀ ਇਸ ਸਰੀਰ ਵਿੱਚ ਕੋਈ ਰੱਬ ਨੇ ਆਪਣੇ ਨਾਮ ਦੀ ਦਾਤ ਰੱਖੀ ਹੋਈ। ਦੋ ਸਰੀਰ ਨੇ। ਇੱਕ ਸਰੀਰ ਉਹ ਹੈ ਜਿਹਦੇ ਬਾਰੇ ਗੱਲ ਕਰਦੇ ਨੇ ਵੀ ਇਹ ਤਾਂ ਇੱਕ ਗੰਦ ਦੀ ਪੋਟਲੀ ਹੈ,
ਤੇ ਦੂਜੇ ਪਾਸੇ ਕਹਿੰਦੇ ਨੇ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵੇਖਾ। ਜਿੱਥੇ ਮੇਰੇ ਗੁਰੂ ਨੇ ਨਾ ਅੰਦਰ ਕਿਰਪਾ ਕਰ ਦਿੱਤੀ, ਅੰਦਰ ਟਿਕਾ ਦਿੱਤਾ, ਜਿਸ ਸਰੀਰ ਤੋਂ ਸੇਵਾ ਕਰਵਾ ਲਈ, ਜਿਸ ਸਰੀਰ ਤੋਂ ਨਾਮ ਜਪਾ ਲਿਆ, ਫਿਰ ਦੁਨੀਆ ਕਹਿੰਦੀ ਹੈ ਵੀ ਵਾਕਿਆ ਹੀ ਇਹਦੇ ਵਿੱਚ ਰੱਬ ਦੀ ਰਹਿਮਤ ਹੈ। ਨਹੀਂ ਤਾਂ ਸਤਿਗੁਰਾਂ ਨੇ ਕਿਹਾ ਵੀ ਸਰੀਰ, ਸਾਡੇ ਸਰੀਰ ਤੋਂ ਤਾਂ ਕਈ ਵਾਰੀ ਦੂਜੇ ਸਰੀਰਾਂ ਨੂੰ ਵੀ ਸਤਿਗੁਰਾਂ ਨੇ ਬਹੁਤ ਵੱਡੇ ਤੌਰ ਤੇ ਕਿਹਾ ਵੀ ਤੇਰੇ ਨਾਲ ਉਹ ਵੀ ਚੰਗੇ ਨੇ। ਇੱਕ ਉਦਾਹਰਨ ਹੈ, ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਪਸ਼ੂ ਨੂੰ ਵਡਿਆਈਆਂ ਮਿਲਦੀਆਂ ਨੇ, ਕਹਿਣ ਲੱਗੇ ਘਾਸ ਫੂਸ ਖਾਂਦਾ ਤੇ ਅੰਮ੍ਰਿਤ ਦਿੰਦਾ, ਦੁੱਧ ਦਿੰਦਾ। ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਫਿਰ ਕਹਿੰਦੇ ਨਾਮ ਵਿਹੂਣੇ ਆਦਮੀ ਧ੍ਰਿਗ ਜੀਵਨ ਕਰਮ ਕਰੇ। ਨਾਮ ਤੋਂ ਵਿਹੂਣਾ ਆਦਮੀ ਤਰਕਾਰ ਇਸ ਜੀਵਨ ਨੂੰ। ਫਿਰ ਸਤਿਗੁਰਾਂ ਨੇ ਤਾਂ ਬਚਨ ਕਿਹਾ, ਇਸ ਕਰਕੇ ਨਾਮ ਜਪਿਆ ਕਰ, ਬੰਦਗੀ ਕਰਿਆ ਕਰ। ਬੰਦਗੀ ਕਰਦਿਆਂ ਕਰਦਿਆਂ ਇੱਕ ਦਿਨ ਤੇਰੇ ਤੇ ਕਿਰਪਾ ਹੋਵੇਗੀ। ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਬਚਨ ਕਹਿੰਦੇ ਨੇ, ਕਹਿਣ ਲੱਗੇ ਦੂਰ ਦੇਖੀਏ, ਆ ਬੇਨਤੀ ਕਰਕੇ ਸਮਾਪਤੀ ਕਰਦਾ, ਦੂਰ ਦੇਖੀਏ ਇਉਂ ਪ੍ਰਤੀਤ ਹੁੰਦਾ ਅਸਮਾਨ ਜ਼ਮੀਨ ਵੱਲ ਝੁਕਿਆ ਹੋਇਆ, ਜ਼ਮੀਨ ਵੱਲ ਝੁਕਿਆ। ਭਾਈ ਸਾਹਿਬ ਤੋਂ ਪੁੱਛਿਆ ਇਹਦਾ ਕੀ ਕਾਰਨ? ਕਹਿਣ ਲੱਗੇ ਹਾਂ ਝੁਕਿਆ ਹੋਇਆ ਹੈ। ਪੁੱਛਿਆ ਕਿਉਂ ਝੁਕਿਆ ਹੈ? ਕਹਿੰਦੇ ਝੁਕਿਆ ਇਸ ਕਰਕੇ ਹੈ ਕਿ ਇਸ ਜ਼ਮੀਨ ਤੇ ਕੋਈ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ ਰਹਿੰਦਾ, ਇਹ ਅਸਮਾਨ ਉਸ ਬੰਦਗੀ ਕਰਨ ਵਾਲੇ ਨੂੰ ਨਮਸਕਾਰ ਪਿਆ ਕਰਦਾ। ਭਾਈ ਨੰਦ ਲਾਲ ਸਾਹਿਬ ਦੇ ਬੋਲ ਨੇ। ਇਸ ਕਰਕੇ ਪਿਆਰੋ ਜਿਹੜੇ ਬੰਦਗੀ ਕਰਦੇ, ਐਵੇਂ ਨਹੀਂ ਗੁਰੂਆਂ ਨੇ ਕਿਹਾ, ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਇੱਥੋਂ ਤੱਕ ਬਚਨ ਕਹਿ ਦਿੱਤੇ, ਹਮ ਤਿਨਕੇ ਚਰਨ ਪਖਾਲ ਤੇ ਧੂੜ ਘੋਲ ਘੋਲ ਪੀਚੈ। ਇਹ ਤੇ ਗੁਰੂ ਨੇ ਜੋ ਕੁਝ ਕਿਹਾ ਸੱਚ ਕਿਹਾ। ਇਸ ਕਰਕੇ ਪਿਆਰਿਓ ਸਤਿਗੁਰਾਂ ਨੇ ਬਚਨ ਕੀਤਾ ਵੀ ਜਿਹੜੇ ਬੰਦਗੀ ਕਰਦੇ ਨੇ, ਇੱਥੋਂ ਤੱਕ ਕਹਿ ਦਿੱਤਾ, ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ। ਅਖੀਰ ਵਿੱਚ ਕਹਿੰਦੇ ਨੇ ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਇੱਕ ਬਾਬਾ ਜੀ ਦਾ ਬਚਨ ਸੁਣਾ ਕੇ ਸਮਾਪਤੀ ਕਰਦਾ। ਉਹ ਜਿਹੜੀਆਂ ਸੰਗਤਾਂ ਸਿਮਰਨ ਅਭਿਆਸ ਵਿੱਚ ਇੱਥੇ ਪੁਰਾਣੀਆਂ ਆਉਂਦੀਆਂ ਹੋਣਗੀਆਂ, ਉਹਨਾਂ ਨੂੰ ਪਤਾ ਹੈ। ਉਹਨਾਂ ਨੇ ਇਹ ਸਿਮਰਨ ਅਭਿਆਸ ਵਿੱਚ ਇਹ ਬਚਨ ਸੁਣਾਇਆ। ਕਹਿੰਦੇ ਜਦੋਂ ਮੈਂ ਬਾਹਰ ਇਕਾਂਤ ਵਿੱਚ ਪਹਾੜਾਂ ਵਿੱਚ ਸਿਮਰਨ ਕਰਿਆ ਕਰਦਾ ਸਾਂ, ਤੇ ਕਹਿੰਦੇ ਨੇ ਇੱਕ ਦਿਨ ਇੱਕ ਰਸਤੇ ਵਿੱਚੋਂ ਲੰਘ ਕੇ ਮੈਂ ਜਾ ਰਿਹਾ। ਇੱਕ ਪੁਸਤਕ ਵਿੱਚ ਵੀ ਸਾਡੀ ਵਿੱਚ ਲਿਖਿਆ ਹੈ। ਵੈਸੇ ਤਾਂ ਇਹੋ ਜਿਹੀਆਂ ਬਹੁਤ ਗੱਲਾਂ ਨੇ, ਪਰ ਇਹ ਚਲੋ ਉਹਨਾਂ ਨੇ ਆਪ ਸੰਗਤਾਂ ਨੂੰ ਥੋੜ੍ਹਾ ਜਿਹਾ ਇਸ਼ਾਰੇ ਮਾਤਰ ਦੱਸ ਦਿੱਤੇ ਤਾਂ ਕਿ ਸ਼ੌਕ ਪੈਦਾ ਹੋਵੇ। ਇਸ ਕਰਕੇ ਨਹੀਂ ਦੱਸੀ ਕਿ ਇਹ ਕੋਈ ਮੇਰੇ ਕਰਕੇ ਨਹੀਂ, ਮਹਾਂਪੁਰਸ਼ਾਂ ਦਾ ਭਾਵ ਸੀ ਕਿਸੇ ਦੇ ਮਨ ਸ਼ੌਕ ਪੈਦਾ ਹੋ ਜਾਏ ਨਾਮ ਜਪਣ ਦਾ, ਸਿਮਰਨ ਕਰਨ ਦਾ। ਉਹ ਕਹਿੰਦੇ ਮੈਂ ਤੁਰਿਆ ਜਾ ਰਿਹਾ ਸਾਂ, ਕੀ ਦੇਖਿਆ ਰਸਤੇ ਵਿੱਚ ਇੱਕ ਸੱਪ। ਇਹਨੂੰ ਸ਼ਰਧਾ ਦੀ ਦ੍ਰਿਸ਼ਟੀ ਤੋਂ ਲੈਣਾ। ਕਈ ਵਾਰੀ ਬੰਦਾ ਤਰਕਵਾਦੀ ਕਹਿੰਦਾ ਵੀ ਦੇਖੋ ਬਾਬੇ ਕਿਹੋ ਜਿਹੀਆਂ ਗੱਲਾਂ ਕਰਦੇ ਨੇ, ਸਾਇੰਟੀਫਿਕ ਧਰਮ ਦੀਆਂ ਗੱਲਾਂ। ਇੱਕ ਗੱਲ ਚੇਤੇ ਰੱਖਣਾ, ਧਰਮ ਨੂੰ ਭਾਵਨਾ ਦੇ ਤਲ ਤੇ ਲਿਆ ਜਾਣਾ, ਸ਼ਰਧਾ ਦੇ ਤਲ ਤੇ ਲਿਆ ਜਾਣਾ। ਉਹਨਾਂ ਨੇ ਬਚਨ ਕਿਹਾ ਮੈਂ ਤੁਰਿਆ ਜਾ ਰਿਹਾ ਸੀ, ਕੀ ਵੇਖਿਆ ਇੱਕ ਸੱਪ ਰਸਤੇ ਦੇ ਵਿੱਚ ਰਸਤਾ ਰੋਕ ਕੇ ਖਲੋ ਗਿਆ। ਉਹਨੇ ਫਨ ਖੜੀ ਕੀਤੀ ਹੈ। ਉਹ ਕਹਿੰਦੇ ਨੇ ਵੀ ਜਦੋਂ ਮੈਂ ਵੀ ਰੁਕ ਗਿਆ ਤੇ ਮੇਰੇ ਮਨ 'ਚ ਇੱਕ ਖਿਆਲ ਆ ਗਿਆ, ਆਖਿਆ ਭਲਿਆ ਲੋਕਾਂ, ਮੇਰਾ ਤੇਰੇ ਨਾਲ ਕੋਈ ਵਿਗਾੜ ਨਹੀਂ ਹੈ, ਕਹਿਣ ਤੋਂ ਭਾਵ ਕੋਈ ਲੈਣਾ ਦੇਣਾ ਨਹੀਂ, ਤੂੰ ਕਿਵੇਂ? ਤੇ ਉਹ ਕਹਿੰਦੇ ਪ੍ਰਤੀਤ ਹੋਇਆ ਇੱਕ ਪਾਸੇ ਹੋ ਕੇ ਉਹ ਇੱਕ ਓਂਕਾਰ ਦਾ ਰੂਪ ਹੋ ਗਿਆ। ਇਹ ਕਿਉਂ? ਕਿਉਂਕਿ ਉਹ ਸਰੀਰ ਨਾਮ ਜਪਣ ਵਾਲਾ ਹੈ, ਉਹ ਬੰਦਗੀ ਕਰਨ ਵਾਲਾ ਸਰੀਰ ਹੈ। ਐਵੇਂ ਤੇ ਨਹੀਂ ਸਤਿਗੁਰਾਂ ਨੇ ਕਿਹਾ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕਹਿਣ ਲੱਗੇ ਜਿਹੜੇ ਪੰਖੀ ਪੰਖੇਰੂ ਬੋਲਦੇ ਨੇ, ਲੋਕੀ ਕਹਿਣਗੇ ਕਿਸੇ ਦੀ ਆਵਾਜ਼ ਪਿਆਰੀ ਹੈ, ਕਿਸੇ ਦੀ ਆਵਾਜ਼ ਕਰੜੀ ਹੈ, ਕੋਈ ਕਾਂ ਕਾਂ ਪਿਆ ਕਰਦਾ, ਕੋਈ ਕੂ ਕੂ ਪਈ ਕਰਦੀ ਹੈ ਕੋਇਲ,
ਕਹਿਣਗੇ ਲੋਕ ਭਾਵੇਂ ਇਹਨੂੰ ਕਿਸੇ ਆਵਾਜ਼ ਨਾਲ ਤਰਜੀਹ ਦੇਣ, ਮੈਂ ਕਹਿੰਦਾ ਇਹ ਬੰਦਗੀ ਪੈ ਕਰਦੇ ਨੇ, ਇਹ ਉਹਦਾ ਨਾਮ ਪੈ ਜਪਦੇ ਨੇ। ਕਿਉਂ ਗੁਰੂ ਨੂੰ ਸੁਣਦਾ ਵੀ ਇਹ ਨਾਮ ਜਪਦੇ ਨੇ? ਕਿਉਂਕਿ ਗੁਰੂ ਆਪ ਨਾਮ ਦੇ ਦਾਤੇ ਨੇ, ਆਪ ਸ਼ਬਦ ਦਾ ਰੂਪ ਨੇ। ਤੇ ਜਿਉਂ ਜੀ ਕਿਸੇ ਦੀ ਦ੍ਰਿਸ਼ਟੀ ਉਹ ਜਿਹੀ ਅਗਲੇ ਨੂੰ ਨਜ਼ਰ ਆਏਗਾ। ਕਾਲੀਆਂ ਐਨਕਾਂ ਲਾ ਕੇ ਚਿੱਟਾ ਸੰਸਾਰ ਨਜ਼ਰ ਨਹੀਂ ਆ ਸਕਦਾ। ਇਸ ਕਰਕੇ ਸ਼ਰਧਾ ਦੀ ਨਜ਼ਰ ਹੈ ਤੇ ਬਾਹਰੋਂ ਸਾਰਾ ਕੁਝ। ਅਸ ਗੁਰੂ ਨੇ ਕਿਹਾ ਹੈ ਨਾ, ਗਾਵਣ ਤੁਧ ਨੂੰ ਪਾਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ। ਗੁਰੂ ਨੂੰ ਜਰਾ ਜਰਾ ਰੱਬ ਦਾ ਨਾਮ ਜਪਦਾ ਗਾਉਂਦਾ ਪ੍ਰਤੀਤ ਹੁੰਦਾ ਹੈ, ਕਿਉਂਕਿ ਉਹ ਸਰੀਰ ਬੰਦਗੀ ਵਾਲਾ ਹੈ। ਤੇ ਸਾਨੂੰ ਸ਼ਾਇਦ ਆਪਣਾ ਆਪਾ ਹੀ ਨਹੀਂ ਜਿਹਨੂੰ ਪ੍ਰਤੀਤ ਹੁੰਦਾ ਕਿ ਸਿਮਰਨ ਕਰਦਾ, ਦੂਜੇ 'ਚੋਂ ਉਹਨੇ ਕੀ ਸੁਣਨਾ ਜਿਹਨੇ ਆਪਣੇ 'ਚੋਂ ਨਹੀਂ ਸੁਣਿਆ। ਇਸ ਕਰਕੇ ਸਤਿਗੁਰਾਂ ਨੇ ਬਚਨ ਕਿਹਾ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਬੰਦਗੀ ਕਰਦੇ ਨੇ, ਸਿਫਤ ਕਰਦੇ ਨੇ। ਇਸ ਕਰਕੇ ਪਿਆਰਿਓ, ਜਿਹੜੇ ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਉਹਨਾਂ ਨੂੰ ਹਮੇਸ਼ਾ ਹੀ ਪਰਮੇਸ਼ਰ ਉਹਨਾਂ ਦਾ ਆਦਰ ਤੇ ਸਤਿਕਾਰ ਕਰਾਉਂਦਾ ਹੈ। ਉਹਨਾਂ ਦਾ ਸੰਸਾਰ ਵਿੱਚ ਹਮੇਸ਼ਾ ਹੀ ਡੰਕਾ ਵੱਜਾ ਰਹਿੰਦਾ ਹੈ, ਕਿਉਂਕਿ ਸ਼ਬਦ ਵਿੱਚ ਪਾਵਰ ਹੈ, ਕਮਾਈ ਵਿੱਚ ਹੀ ਸਭ ਕੁਝ ਪਿਆ ਹੈ। ਸੋ ਇਸ ਕਰਕੇ ਆਪ ਜੀ ਸਾਰੇ ਆਏ, ਯਤਨ ਕਰਨਾ ਗੁਰੂ ਚਰਨਾਂ ਨਾਲ ਜੋੜ ਕੇ ਆਪਣਾ ਜੀਵਨ ਸਫਲਾ ਕਰੀਏ। ਸਾਰੇ 2-4 ਮਿੰਟ ਸਿਮਰਨ ਨਾਲ ਜੁੜੋ ਤੇ ਫਿਰ ਆਨੰਦ ਸਾਹਿਬ ਦਾ ਪਾਠ ਸਿੰਘ ਕਰਕੇ ਸਮਾਪਤੀ ਹੋਵੇਗੀ। ਆਪ ਜੀ ਨੇ ਕਿਰਪਾ ਕਰਨਾ ਹੈ। ਵਾਹਿਗੁਰੂ 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 ਵਾਹਿਗੁਰੂ। ਬਖਸ਼ਿਸ਼ ਨੂੰ ਬੁਲਾਓ। 3 ਹਿੱਸਿਆਂ 'ਚ ਬੋਲੋ ਪਾਏ। ਛੇਤੀ ਤੇ ਸਿਮਰਨ ਵੀ ਕਰਾ ਦਿਓ।